ਵੈਲਕਮ ਸਟੂਡੈਂਟਸ। ਅੱਜ ਆਪਾਂ ਪੜਾਂਗੇ ਰੇਨ ਨਾਲ ਮੀਂਹ ਨਾਲ ਰਿਲੇਟਡ ਸਪੋਕਨ ਇੰਗਲਿਸ਼ ਦੇ ਵਿੱਚ ਕਿਹੜੇ-ਕਿਹੜੇ ਵਰਡਸ ਤੇ ਕਿਹੜੇ-ਕਿਹੜੇ ਸੈਂਟੈਂਸਸ ਬੜੇ ਪਪੂਲਰ ਨੇ। ਸਭ ਤੋਂ ਪਹਿਲਾਂ ਜੇ ਆਪਾਂ ਇਹ ਕਹਿਣਾ ਹੋਵੇ ਆਸਮਾਨ ਬੱਦਲਾਂ ਦੇ ਨਾਲ ਘਿਰਿਆ ਹੋਇਆ ਹੈ, ਬੜੀ ਬੱਦਲਵਾਹੀ ਹੋਈ ਪਈ ਹੈ, ਐਦਾਂ ਲੱਗਦਾ ਕਿ ਮੀਂਹ ਆਏਗਾ, ਤਾਂ ਇੰਗਲਿਸ਼ ਦੇ ਵਿੱਚ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਜਿਹੜਾ ਸਕਾਈ ਹੈ ਉਹ ਕਲਾਊਡਸ ਨਾਲ ਕਵਰਡ ਹੋਇਆ ਪਿਆ ਹੈ। ਤੁਸੀਂ ਸਿੱਧਾ ਓਵਰਕਾਸਟ ਵਰਡ ਯੂਜ਼ ਕਰ ਸਕਦੇ ਹੋ। ਆਓ ਆਪਾਂ ਲਿਖੀਏ, ਕਿਹੜਾ ਵਰਡ ਯੂਜ਼ ਕਰ ਸਕਦੇ ਹੋ ਸਟੂਡੈਂਟਸ? ਓਵਰਕਾਸਟ। ਸੋ ਜਦੋਂ ਸਕਾਈ ਓਵਰਕਾਸਟ ਹੋਵੇ ਇਟ ਮੀਨਸ ਬੱਦਲਵਾਹੀ ਬਹੁਤ ਹੋਈ ਪਈ ਆ, ਆਸਮਾਨ ਦੇ ਵਿੱਚ ਬੱਦਲ ਹੀ ਬੱਦਲ ਹਨ, ਐਦਾਂ ਲੱਗਦਾ ਹੈ ਕਿ ਬਸ ਮੀਂਹ ਆਵੇਗਾ ਜਲਦੀ। The sky is overcast. The sky is overcast. ਤੁਸੀਂ ਕਮੈਂਟਰੀ ਦੇ ਵਿੱਚ ਅਕਸਰ ਸੁਣਿਆ ਹੋਵੇਗਾ, ਕ੍ਰਿਕਟ ਦੇ ਵਿੱਚ, ਹਾਕੀ ਦੇ ਵਿੱਚ, ਕਿ ਓਵਰਕਾਸਟ ਕੰਡੀਸ਼ਨਸ ਨੇ, ਅੱਜ ਹੋ ਸਕਦਾ ਹੈ ਮੈਚ ਡਿਲੇ ਹੋ ਜਾਵੇ, ਤਾਂ ਉਹ ਕੀ ਕਹਿੰਦੇ ਹਨ? Oh, the match could be delayed because of overcast conditions. ਜਦੋਂ ਕੰਡੀਸ਼ਨਸ ਓਵਰਕਾਸਟ ਹੋਣ ਇਟ ਮੀਨਸ ਆਸਮਾਨ ਦੇ ਵਿੱਚ ਬੱਦਲਵਾਹੀ ਹੋਈ ਪਈ ਹੈ, ਬਾਰਿਸ਼ ਕਿਸੇ ਵੀ ਵਕਤ ਹੋ ਸਕਦੀ ਹੈ। ਤਾਂ ਯਾਦ ਰੱਖਿਓ, the sky is overcast means ਬੱਦਲਵਾਹੀ ਹੋਈ ਪਈ ਹੈ, ਬੱਦਲ ਹੀ ਬੱਦਲ ਹਨ ਆਸਮਾਨ ਦੇ ਵਿੱਚ। ਅੱਗੇ ਚੱਲਦੇ ਹਾਂ ਸਟੂਡੈਂਟਸ। ਜੇ ਆਪਾਂ ਕਹਿਣਾ ਹੋਵੇ ਬਾਹਰ ਬੂੰਦਾਬਾਂਦੀ ਹੋ ਰਹੀ ਹੈ, ਬੂੰਦਾਬਾਂਦੀ ਦੀ ਇੰਗਲਿਸ਼ ਹੁੰਦੀ ਹੈ ਡ੍ਰਿਜ਼ਲ। ਇਹਨੂੰ ਨੋਟ ਕਰ ਲਓ ਸਟੂਡੈਂਟਸ, ਅੱਜ ਦਾ ਸਾਡਾ ਸੈਕਿੰਡ ਵਰਡ ਹੈ ਡ੍ਰਿਜ਼ਲ। DRIZZLE, ਡ੍ਰਿਜ਼ਲ। ਡ੍ਰਿਜ਼ਲ ਮੀਨਸ ਬੂੰਦਾਬਾਂਦੀ ਹੋਣਾ। ਆਓ ਆਪਾਂ ਸੈਂਟੈਂਸ ਬਣਾਈਏ, ਬਾਹਰ ਬੂੰਦਾਬਾਂਦੀ ਹੋ ਰਹੀ ਹੈ, ਤਾਂ ਆਪਾਂ ਸਪੋਕਨ ਦੇ ਵਿੱਚ ਕਵਾਂਗੇ Oh, it's drizzling outside. It's drizzling outside means ਬਾਹਰ ਬੂੰਦਾਬਾਂਦੀ ਹੋ ਰਹੀ ਹੈ। It's drizzling outside. Number 3, ਕਈ ਵਾਰ ਬੂੰਦਾਬਾਂਦੀ ਦੀ ਇੰਗਲਿਸ਼ ਤਾਂ ਸਾਨੂੰ ਆਉਂਦੀ ਹੁੰਦੀ ਹੈ ਡ੍ਰਿਜ਼ਲ, ਜਿਵੇਂ ਕਿ ਮੈਂ ਦੱਸੀ ਵੀ ਹੁਣ, ਪਰ ਬਹੁਤ ਵਾਰੀ ਸਟੂਡੈਂਟਸ ਪੁੱਛਦੇ ਨੇ ਸਰ ਪੰਜਾਬੀ 'ਚ ਜਿਵੇਂ ਆਪਾਂ ਕਹਿੰਦੇ ਨੇ ਬਾਹਰ ਬੂੰਦਾਬਾਂਦੀ ਨਹੀਂ, ਇਸ ਤੋਂ ਵੀ ਘੱਟ, ਬੂੰਦਾਬਾਂਦੀ ਤੋਂ ਵੀ ਘੱਟ, ਜਿਹਨੂੰ ਆਪਾਂ ਕਹਿੰਦੇ ਨੇ ਬਸ ਭੂਰ ਜੀ ਪਈ ਜਾਂਦੀ ਹੈ, ਉਹਦੀ ਇੰਗਲਿਸ਼ ਕੀ ਹੁੰਦੀ ਹੈ? ਡ੍ਰਿਜ਼ਲ ਮੀਨਸ ਬੂੰਦਾਬਾਂਦੀ, ਬੂੰਦਾਬਾਂਦੀ ਤੋਂ ਵੀ ਘੱਟ, ਬਸ ਭੂਰ ਜੀ ਪੈ ਰਹੀ ਹੈ ਬਾਹਰ, ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਵਾਂਗੇ Oh, it's just spitting. Yes, ਆਓ ਆਪਾਂ ਨੋਟ ਕਰੀਏ ਸਟੂਡੈਂਟਸ, ਵੈਸੇ ਤਾਂ ਸਪਿਟ ਦਾ ਮਤਲਬ ਥੁੱਕਣਾ ਹੁੰਦਾ ਹੈ, ਲੇਕਿਨ ਇੰਗਲਿਸ਼ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੈ ਇਟਸ ਜਸਟ ਸਪੀਟਿੰਗ ਜਾਂ ਇਟਸ ਸਪੀਟਿੰਗ ਆਊਟਸਾਈਡ। ਆਪਾਂ ਨੂੰ ਕਿਸੇ ਨੇ ਪੁੱਛਿਆ ਬਾਹਰ ਬਾਰਿਸ਼ ਹੋ ਰਹੀ ਹੈ, ਉਹ ਨਾ ਇਟਸ ਜਸਟ ਸਪੀਟਿੰਗ ਆਊਟਸਾਈਡ, ਬਾਹਰ ਤਾਂ ਬਸ ਭੂਰ ਜੀ ਹੈ, ਬੂੰਦਾਬਾਂਦੀ ਤੋਂ ਵੀ ਘੱਟ ਹੈ, ਤਾਂ ਉਹਨੂੰ ਆਪਾਂ ਕੀ ਕਵਾਂਗੇ? Oh, it's just spitting. ਸਟੂਡੈਂਟਸ ਜੇ ਆਪਾਂ ਕਹਿਣਾ ਹੋਵੇ ਬਹੁਤ ਬਾਰਿਸ਼ ਪੈ ਰਹੀ ਹੈ ਬਾਹਰ, ਮੂਸਲੇਧਾਰ ਵਰਖਾ ਪੈ ਰਹੀ ਹੈ, ਬਹੁਤ ਬਾਰਿਸ਼ ਪੈ ਰਹੀ ਹੈ, ਤਾਂ ਇਹਨੂੰ ਇੰਗਲਿਸ਼ ਦੇ ਵਿੱਚ ਕੀ ਕਵਾਂਗੇ ਆਪਾਂ? ਤਾਂ ਮੈਂ ਦੇਖਿਆ ਇੱਕ ਤਾਂ ਸਟੂਡੈਂਟਸ ਇਹਨੂੰ ਐਦਾਂ ਕਹਿ ਦਿੰਦੇ ਨੇ ਇਟਸ ਰੇਨਿੰਗ ਹੈਵਲੀ। ਬਾਹਰ ਦੀ ਇੰਗਲਿਸ਼ ਆਊਟਸਾਈਡ, ਆਪਾਂ ਇੱਕ ਵਾਰ ਇਹਨਾਂ ਲਿਖ ਲੈਨੇ ਇਟਸ ਰੇਨਿੰਗ ਹੈਵਲੀ। ਇਹ ਤਾਂ ਆਈ ਥਿੰਕ ਸਾਰਿਆਂ ਨੂੰ ਪਤਾ ਹੈ, ਪਰ ਅੱਜ ਮੈਂ ਤੁਹਾਨੂੰ ਬੜੇ ਸੋਹਣੇ ਸੋਹਣੇ ਐਕਸਪ੍ਰੈਸ਼ਨਸ ਦੱਸਾਂਗਾ ਰੇਨਿੰਗ ਹੈਵਲੀ ਦੀ ਬਜਾਏ। ਤਾਂ ਇਟਸ ਰੇਨਿੰਗ ਹੈਵਲੀ ਨੂੰ ਤੁਸੀਂ ਸਟੂਡੈਂਟਸ ਇਹ ਵੀ ਕਹਿ ਸਕਦੇ ਹੋ, ਨੰਬਰ 1, it's raining cats and dogs. Yes, spoken ਦੇ ਵਿੱਚ ਤੁਸੀਂ ਕਹਿ ਸਕਦੇ ਹੋ it's raining cats and dogs. ਆਪਾਂ ਕਹਿਣਾ ਵੀ ਬਾਹਰ ਨਾ ਜਾ ਯਾਰ, it's raining cats and dogs, ਬਹੁਤ ਬਾਰਿਸ਼ ਹੋ ਰਹੀ ਹੈ, it's raining cats and dogs. Number 2, ਤੁਸੀਂ ਇਹ ਵੀ ਕਹਿ ਸਕਦੇ ਹੋ it's bucketing down. Yes, bucket means ਬਾਲਟੀ ਹੁੰਦਾ ਹੈ, bucketing down, ਐਦਾਂ ਲੱਗਦਾ ਕਿਸੇ ਨੇ ਐਦਾਂ ਬਾਲਟੀ ਉਲਟਾ ਦਿੱਤੀ ਹੋਵੇ ਉੱਪਰੋਂ ਆਸਮਾਨ ਚੋਂ। It's bucketing down, ਬਹੁਤ ਬਾਰਿਸ਼ ਹੋ ਰਹੀ ਹੈ, oh it's bucketing down. Number 3, ਤੁਸੀਂ ਇਹ ਵੀ ਕਹਿ ਸਕਦੇ ਹੋ ਸਟੂਡੈਂਟਸ rain is coming down, rain is coming down in buckets. ਇਹ ਵੀ ਐਕਸਪ੍ਰੈਸ਼ਨ ਕਾਫੀ ਪਪੂਲਰ ਹੈ। ਆਪਾਂ ਕਹਿਣਾ ਵੀ ਬਾਹਰ ਹੋ ਰਹੀ ਹੈ ਬਾਰਿਸ਼, ਹਾਂ ਯਾਰ rain is coming down in buckets, ਬਹੁਤ ਮੀਂਹ ਪੈ ਰਿਹਾ ਹੈ। ਤੁਸੀਂ ਬੋਲ ਕੇ ਦਿਖਾਓ, ਹਲੇ ਹੋਰ ਵੀ ਨੇ ਆਪਣੇ ਕੋਲੇ। ਨੰਬਰ 1, it's raining cats and dogs. Number 2, oh it's bucketing down. Number 3,
rain is coming down in buckets. Number 4 is ਆਪਾਂ ਕਹਿ ਸਕਦੇ ਹਾਂ students it's raining in torrents. ਵੈਸੇ torrents ਦਾ ਮਤਲਬ ਹੁੰਦਾ ਹੈ in a large amount. In torrents ਜਦੋਂ ਮੀਂਹ ਪਵੇ it means ਬਹੁਤ ਮੀਂਹ ਪੈ ਰਿਹਾ ਹੈ ਬਾਹਰ ਨਾ ਜਾਈਂ ਜਾਂ ਜੇ ਜਾਣਾ ਵੀ ਹੈ ਤਾਂ ਧਿਆਨ ਨਾਲ ਜਾਈਂ ਕਿਉਂ because it's raining in torrents outside. It's raining in torrents. ਤੁਸੀਂ ਵੀ ਬੋਲੋ ਕੀ ਹੈ ਇਹ ਬੋਲੋ it's raining in torrents. It's raining in torrents. Number 5 ਤੁਸੀਂ students in torrents ਦੀ ਬਜਾਏ ਇਹ ਵੀ ਕਹਿ ਸਕਦੇ ਹੋ it's raining torrentially. ਜੀ ਹਾਂ ਇਹ ਵੀ ਬਹੁਤ ਚੱਲਦਾ ਹੈ torrentially. ਆਪਾਂ ਕਹਿਣਾ ਹੋਵੇ ਜੇ ਪਾਸਟ ਵਿੱਚ ਕਹਿਣਾ ਹੋਵੇ ਬਹੁਤ ਮੀਂਹ ਪੈ ਰਿਹਾ ਸੀ it was raining torrentially. ਬੋਲੋ ਪ੍ਰੈਕਟਿਸ ਕਰਦੇ ਆਪਾਂ ਰਲ ਕੇ ਕਰਾਂਗੇ ਪ੍ਰੈਕਟਿਸ raining torrentially. It's raining in torrents ਜਾਂ ਇਹਨੂੰ ਕੀ ਕਹਿ ਦਿੱਤਾ ਆਪਾਂ ਨੇ it's raining torrentially. Number 6 is it's pouring down. आओ आप लिखिए students it's pouring down pouring. pour down ਦਾ ਮਤਲਬ ਵੀ ਹੁੰਦਾ ਹੈ ਬਹੁਤ ਮੀਂਹ ਪੈਣਾ. it's pouring down. ਇੱਕ ਵਾਰੀ ਫੇਰ it's raining in torrents, it's raining torrentially and it's pouring down. Yeah, rain is coming in buckets. It's bucketing down. It's raining cats and dogs. ਤਾਂ ਹੁਣ students ਆਪਾਂ ਇਹਨਾਂ ਨੂੰ ਦੇਖਿਆ ਕਿ ਆਪਾਂ ਨੇ ਇਹਨਾਂ ਨੂੰ as a verb use ਕੀਤਾ rain heavily, rain torrentially. ਹੁਣ ਕਈ students ਮੇਥੋਂ ਇਹ ਪੁੱਛਦੇ ਨੇ ਸਰ ਜੇ ਆਪਾਂ ਸਿਰਫ ਤੇ ਸਿਰਫ heavy rain ਦੀ ਬਜਾਏ ਕੁਝ ਕਹਿਣਾ ਹੋਵੇ ਇੱਥੇ rain ਇੱਕ noun ਹੈ heavy ਉਹਦਾ adjective ਹੈ ਪਹਿਲਾਂ ਆਪਾਂ rain ਨੂੰ as a verb use ਕੀਤਾ ਸੀ ਤਾਂ heavy rain ਨੂੰ ਕੀ ਕਹਿ ਸਕਦੇ ਆਪਾਂ Number 1 ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ students torrential rain. ਜੀ ਹਾਂ torrential rain. ਇਹਦਾ ਇੱਕ ਸੈਂਟੈਂਸ ਸੁਣ ਲਓ ਮੰਨ ਲਓ ਆਪਾਂ ਕਹਿਣਾ ਹੋਵੇ ਚੰਡੀਗੜ੍ਹ ਦੇ ਵਿੱਚ ਬਹੁਤ ਮੀਂਹ ਸੀ ਕੱਲ yesterday there was a ਇਹਨੂੰ ਆਪਾਂ there was ਕਹਿ ਦਾਂਗੇ there ਨਹੀਂ there was a torrential rain in Chandigarh. There was a torrential rain. बोल के दिखाओ torrential rain. दूसरा word students ਤੁਸੀਂ ਕਹਿ ਸਕਦੇ ਹੋ downpour. downpour. ਜੇ ਆਪਾਂ verb ਦੇ ਤੌਰ ਤੇ ਪੜਿਆ ਸੀ ਤਾਂ ਉਹ ਸੀ pour down. ਉਹ ਅਲੱਗ-ਅਲੱਗ ਸੀਗਾ ਤਾਂ ਆਪਾਂ ਇਹਨੂੰ pour ਨੂੰ as a verb ਬਣਾਇਆ ਸੀ ਜਿਵੇਂ ਕਿਹਾ ਸੀ it's pouring down. ਪਰ downpour ਨੂੰ ਤੁਸੀਂ as a noun use ਕਰ ਸਕਦੇ ਹੋ there was a downpour in Chandigarh, in New Delhi and Paris. ਤਾਂ ਹੁਣ ਦੋਨੋਂ ਮੈਨੂੰ ਬੋਲ ਕੇ ਦਿਖਾਓ Number 1 torrential rain. Number 2 downpour. There was a downpour in Paris. ਜਦੋਂ ਬਹੁਤ ਮੀਂਹ ਦੀ ਗੱਲ ਆ ਜਾਵੇ students ਤਾਂ lash word ਕਰਨਾ ਬਣਦਾ ਹੈ ਕਿਹੜਾ word lash LASH. ਤੁਸੀਂ ਸੋਚ ਰਹੇ ਹੋਵੋਗੇ ਸਰ lash ਕੀ ਚੀਜ਼ ਹੈ lash ਇੱਕ verb ਹੈ ਇਹਦਾ ਮਤਲਬ ਵੈਸੇ ਹੁੰਦਾ ਹੈ ਹਿੱਟ ਕਰਨਾ to hit something very hard. ਜ਼ੋਰ ਦੀ ਹਿੱਟ ਕਰਨਾ ਚਾਬੁਕ ਮਾਰਨਾ ਵੀ ਹੁੰਦਾ ਇਹਦਾ ਮਤਲਬ ਪਰ ਇਹਦਾ ਮੀਂਹ ਨਾਲ ਕੀ ਸੰਬੰਧ ਆਓ ਆਪਾਂ ਸੈਂਟੈਂਸ ਬਣਾਈਏ ਤੇ ਦੇਖੀਏ ਇਹਦਾ ਮੀਂਹ ਨਾਲ ਕਿਦਾਂ ਦਾ ਸੰਬੰਧ ਹੈ ਲਿਖੋ ਇੱਕ ਸੈਂਟੈਂਸ ਮੰਨ ਲਓ ਆਪਾਂ ਕਹਿਣਾ ਹੋਵੇ heavy rain lashed the city. Heavy rain lashed the city. ਤੁਹਾਨੂੰ ਇਹ ਨਿਊਜ਼ਪੇਪਰ ਦੇ ਵਿੱਚ ਵੀ ਮਿਲੇਗਾ ਤਾਂ ਸੈਂਟੈਂਸ students heavy rain lashed the city. lash ਦਾ ਮਤਲਬ ਹਿੱਟ ਕਰਨਾ ਇਹਦਾ ਮਤਲਬ ਹੈ ਕਿ ਭਾਰੀ ਮੀਂਹ ਨੇ ਸ਼ਹਿਰ ਨੂੰ ਹਿੱਟ ਕੀਤਾ ਸ਼ਹਿਰ ਤੇ ਹਮਲਾ ਕੀਤਾ ਮਤਲਬ ਹੈ ਕਿ ਸ਼ਹਿਰ ਦੇ ਵਿੱਚ ਭਾਰੀ ਵਰਖਾ ਹੋਈ ਸੋ ਜਦੋਂ ਆਪਾਂ ਕਹਿਣਾ ਹੋਵੇ ਕਿਸੇ ਸ਼ਹਿਰ ਦੇ ਵਿੱਚ ਭਾਰੀ ਮੀਂਹ ਪਿਆ ਤਾਂ ਉਹਨੂੰ ਇਹ ਕਹਿਣ ਦੀ ਬਜਾਏ there was a heavy rain. ਤੁਸੀਂ there was heavy rain ਕਹਿਣ ਦੀ ਬਜਾਏ ਇੱਥੋਂ ਸਟਾਰਟ ਕਰ ਸਕਦੇ ਹੋ ਕਹਿ ਸਕਦੇ ਹੋ heavy rain lashed. ਉਸ ਤੋਂ ਬਾਅਦ ਜਿੱਥੇ ਵੀ ਮੀਂਹ ਪਿਆ ਮੰਨ ਲਓ ਆਪਾਂ ਕਹਿਣਾ ਵੀ ਚੰਡੀਗੜ੍ਹ ਬਹੁਤ ਭਾਰੀ ਮੀਂਹ ਪਿਆ
ਹੈਵੀ ਰੇਨ ਲੈਸ਼ਡ ਚੰਡੀਗੜ੍ਹ, ਭਾਰੀ ਮੀਂਹ ਨੇ ਚੰਡੀਗੜ੍ਹ ਤੇ ਹਮਲਾ ਕੀਤਾ, ਹਿੱਟ ਕੀਤਾ। ਮੀਨਸ ਕਹਿਣ ਤੋਂ ਭਾਵ ਹੈ ਬਹੁਤ ਮੀਂਹ ਪਿਆ ਉੱਥੇ। ਜੇ ਆਪਾਂ ਇਹ ਕਹਿਣਾ ਹੋਵੇ ਸਟੂਡੈਂਟਸ ਬਾਹਰ ਤਾਂ ਗੜੇ ਪੈ ਰਹੇ ਨੇ, ਤਾਂ ਫਿਰ ਇੰਗਲਿਸ਼ ਦੇ ਵਿੱਚ ਆਪਾਂ ਕੀ ਕਵਾਂਗੇ? ਗੜੇ ਪੈਣ ਦੇ ਲਈ ਤੁਸੀਂ ਸਿੱਧਾ ਸ਼ਬਦ ਹੇਲ ਐਜ਼ ਅ ਵਰਬ ਯੂਜ਼ ਕਰ ਸਕਦੇ ਹੋ। ਹੇਲ ਦਾ ਮਤਲਬ ਗੜੇ ਪੈਣਾ, ਨੋਟ ਕਰ ਲਓ। ਹੇਲ ਮੀਨਸ ਗੜੇ ਵੀ ਹੁੰਦੇ ਨੇ, ਗੜੇ ਪੈਣਾ ਵੀ ਹੁੰਦਾ ਹੈ। ਮੰਨ ਲਓ ਆਪਾਂ ਕਹਿਣਾ ਹੋਵੇ ਬਾਹਰ ਗੜੇ ਪੈ ਰਹੇ ਹਨ, ਤਾਂ ਆਪਾਂ ਕੀ ਕਵਾਂਗੇ ਸਟੂਡੈਂਟਸ? ਇਟਸ ਹੇਲਿੰਗ ਆਊਟਸਾਈਡ। ਇਟਸ ਹੇਲਿੰਗ ਆਊਟਸਾਈਡ ਮੀਨਸ ਬਾਹਰ ਗੜੇ ਪੈ ਰਹੇ ਨੇ। ਇਟਸ ਹੇਲਿੰਗ ਆਊਟਸਾਈਡ। ਇੱਕ ਇੱਥੇ ਸ਼ਬਦ ਹੋਰ ਨੋਟ ਕਰ ਲਓ, ਹੇਲ ਸਟਾਰਮ। ਇਹ ਵੀ ਕਾਫੀ ਤੁਹਾਨੂੰ ਮਿਲੇਗਾ, ਹੇਲ ਸਟਾਰਮ। ਸੋ ਇਹਨੂੰ ਆਪਾਂ ਆਮ ਤੌਰ ਤੇ ਝੱਖੜ ਕਹਿੰਦੇ ਨੇ। ਆਪਾਂ ਗੜਿਆਂ ਦੇ ਨਾਲ ਜਿਹੜਾ ਇੱਕ ਤੂਫਾਨ ਟਾਈਪ ਆਉਂਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਨੇ? ਹਾਂ, ਹੇਲ ਸਟਾਰਮ। ਆਪਾਂ ਕਹਿਣਾ ਹੋਵੇ ਹੇਲ ਸਟਾਰਮ ਇਜ਼ ਐਕਸਪੈਕਟਡ ਟੁਡੇ। ਅੱਜ ਹੇਲ ਸਟਾਰਮ ਦੀ ਸੰਭਾਵਨਾ ਹੈ, ਮਤਲਬ ਗੜੇ ਵੀ ਪੈਣਗੇ ਤੇ ਨਾਲ ਸਟਾਰਮ ਵੀ ਹੋਏਗਾ। ਦੈਟਸ ਕਾਲਡ ਹੇਲ ਸਟਾਰਮ। ਹੇਲ ਮੀਨਸ ਗੜੇ ਜਾਂ ਗੜੇ ਪੈਣਾ। ਇਹਨੂੰ ਬੋਲ ਕੇ ਦਿਖਾਓ ਸੈਂਟੈਂਸ ਨੂੰ। ਇਟਸ ਹੇਲਿੰਗ ਆਊਟਸਾਈਡ। ਬਾਹਰ ਗੜੇ ਪੈ ਰਹੇ ਹਨ। ਜਾਂ ਆਪਾਂ ਇਹ ਕਹਿਣਾ ਹੋਵੇ ਬਾਹਰ ਤਾਂ ਆਸਮਾਨ 'ਚ ਬੱਦਲ ਗਰਜ ਰਹੇ ਨੇ। ਹੁਣ ਬੱਦਲ ਗਰਜਣ ਦੇ ਲਈ ਕਾਫੀ ਵਰਡਸ ਨੇ, ਪਰ ਤੁਸੀਂ ਸਪੋਕਨ ਇੰਗਲਿਸ਼ ਦੇ ਵਿੱਚ ਸਿੱਧਾ ਇੱਕ ਸ਼ਬਦ ਸਟੂਡੈਂਟਸ ਥੰਡਰ ਯੂਜ਼ ਕਰ ਸਕਦੇ ਹੋ। ਥੰਡਰ। ਆਪਾਂ ਕਹਿਣਾ ਵੀ ਬਾਹਰ ਤਾਂ ਬੱਦਲ ਗਰਜਣ ਦੀ ਬਹੁਤ ਆਵਾਜ਼ ਆ ਰਹੀ ਹੈ, ਤਾਂ ਆਪਾਂ ਸਿੱਧਾ ਇਹ ਕਵਾਂਗੇ ਓ ਇਟਸ ਥੰਡਰਿੰਗ ਆਊਟਸਾਈਡ। ਇਟਸ ਥੰਡਰਿੰਗ ਇਨ ਦ ਸਕਾਈ ਲਿਖ ਲੈਨੇ। ਚਲੋ ਆਪਾਂ ਇਟਸ ਥੰਡਰਿੰਗ ਇਨ ਦ ਸਕਾਈ। ਜਦੋਂ ਸਕਾਈ ਦੇ ਵਿੱਚ ਥੰਡਰਿੰਗ ਹੋਵੇ ਇਟ ਮੀਨਸ ਬੱਦਲ ਗਰਜ ਰਹੇ ਨੇ, ਬੱਦਲਾਂ ਦੀ ਆਵਾਜ਼ ਆ ਰਹੀ ਹੈ ਗਰਜਣ ਦੀ, ਮਤਲਬ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਹੈਵੀ ਰੇਨ ਇਜ਼ ਲਾਈਕਲੀ। ਇਟਸ ਲਾਈਕਲੀ ਟੂ ਰੇਨ ਹੈਵੀਲੀ। ਤਾਂ ਬੋਲ ਕੇ ਦਿਖਾਓ ਐਕਸਪ੍ਰੈਸ਼ਨ ਕੀ ਹੈ? ਇਟਸ ਥੰਡਰਿੰਗ ਇਨ ਦ ਸਕਾਈ। ਜਦੋਂ ਆਪਾਂ ਬਿਜਲੀ ਚਮਕਣ ਦੀ ਇੰਗਲਿਸ਼ ਦੀ ਗੱਲ ਕਰਨੀ ਹੋਵੇ, ਆਪਣੇ ਆਮ ਇਹਨੂੰ ਬਿਜਲੀ ਲਿਸ਼ਕਣਾ ਬੋਲ ਦਿੰਦੇ ਨੇ, ਤਾਂ ਯਾਦ ਰੱਖੋ ਸਟੂਡੈਂਟਸ ਉਸ ਵਕਤ ਤੁਸੀਂ ਫਲੈਸ਼ ਵਰਡ ਦਾ ਸਹਾਰਾ ਲੈਣਾ ਹੈ। ਚਮਕਣ ਦੇ ਲਈ ਕਿਹੜੇ ਵਰਡ ਦਾ ਸਹਾਰਾ ਲੈਣਾ ਹੈ? ਫਲੈਸ਼। ਮੰਨ ਲਓ ਆਪਾਂ ਕਹਿਣਾ ਹੋਵੇ ਬਿਜਲੀ ਚਮਕੀ, ਤਾਂ ਉਹਦੀ ਇੰਗਲਿਸ਼ ਆਪਾਂ ਬਣਾਵਾਂਗੇ ਲਾਈਟਨਿੰਗ ਫਲੈਸ਼ਡ। ਲਾਈਟਨਿੰਗ ਫਲੈਸ਼ਡ ਮੀਨਸ ਬਿਜਲੀ ਚਮਕੀ। ਤੇ ਜੇ ਇਹਨੂੰ ਆਪਾਂ ਪ੍ਰੈਜ਼ੈਂਟ ਦੇ ਵਿੱਚ ਬਣਾਉਣਾ ਹੋਵੇ, ਇਹ ਚੀਜ਼ ਯਾਦ ਰੱਖੋ, ਇਹ ਐਕਸਪ੍ਰੈਸ਼ਨ ਵੀ ਨੋਟ ਕਰ ਲਓ, ਅ ਫਲੈਸ਼ ਆਫ ਲਾਈਟਨਿੰਗ। ਐਜ਼ ਅ ਨਾउन ਇਹਨੂੰ ਆਪਾਂ ਯੂਜ਼ ਕਰ ਲੈਨੇ ਸਟੂਡੈਂਟਸ, ਅ ਫਲੈਸ਼ ਆਫ ਲਾਈਟਨਿੰਗ। ਆਪਾਂ ਕਹਿਣਾ ਹੋਵੇ ਬਾਹਰ ਤਾਂ ਬਿਜਲੀ ਲਿਸ਼ਕ ਰਹੀ ਹੈ, ਬਾਹਰ ਤਾਂ ਬਿਜਲੀ ਚਮਕ ਰਹੀ ਹੈ। Oh, there is a flash of lightning outside. There is a flash of lightning outside. ਹੁਣ ਆਪਾਂ ਚੱਲਦੇ ਹਾਂ ਸਟੂਡੈਂਟਸ ਭਿੱਜਣ ਦੀ ਇੰਗਲਿਸ਼ ਵੱਲ। ਜਦੋਂ ਆਪਾਂ ਕਹਿਣਾ ਹੋਵੇ ਯਾਰ ਮੀਂਹ ਦੇ ਵਿੱਚ ਮੈਂ ਭਿੱਜ ਗਿਆ, ਤਾਂ ਇੱਕ ਤੇ ਇਹਦੀ ਇੰਗਲਿਸ਼ ਆਪਾਂ ਸਿੰਪਲੀ ਕਹਿ ਦੇਵਾਂਗੇ oh I got wet. ਰੇਨ ਦੇ ਵਿੱਚ ਮੈਂ ਕੀ ਹੋ ਗਿਆ? ਮੈਂ ਵੈਟ ਹੋ ਗਿਆ। ਇੱਥੋਂ ਤੱਕ ਤਾਂ ਠੀਕ ਹੈ, I got wet। ਤੇ ਜੇ ਆਪਾਂ ਕਹਿਣਾ ਹੋਵੇ ਮੈਂ ਪੂਰੀ ਤਰ੍ਹਾਂ ਭਿੱਜ ਗਿਆ, oh I got completely wet। ਮੇਰਾ ਟਾਰਗੇਟ ਹੈ ਗਿਆ ਸਟੂਡੈਂਟਸ। ਦੇਖੀ ਚਲਿਓ ਇੱਥੇ ਆਪਾਂ ਨਵੇਂ ਹੋਰ ਐਕਸਪ੍ਰੈਸ਼ਨ ਸਿੱਖਾਂਗੇ। I got completely wet। ਜਦੋਂ ਤੁਸੀਂ ਇਹ ਕਹਿਣਾ ਹੋਵੇ completely wet, ਪੂਰੀ ਤਰ੍ਹਾਂ ਭਿੱਜ ਗਿਆ, ਤਾਂ completely wet ਦੀ ਬਜਾਏ ਤੁਸੀਂ ਦੋ ਐਕਸਪ੍ਰੈਸ਼ਨਸ ਹੋਰ ਨੋਟ ਕਰ ਲਓ ਸਟੂਡੈਂਟਸ, ਜੋ ਕਿ ਸਪੋਕਨ ਇੰਗਲਿਸ਼ ਦੇ ਵਿੱਚ ਚੱਲਦੇ ਹਨ। ਨੰਬਰ 1 ਇਜ਼ drenched, DRENCHED, drenched। drenched, drench ਹੁੰਦਾ ਹੈ ਭਿਉਂ ਦੇਣਾ, ਤੇ drenched means ਪੂਰੀ ਤਰ੍ਹਾਂ ਭਿੱਜਿਆ ਹੋਇਆ। ਤੁਸੀਂ ਸਿੰਪਲੀ ਕਹਿ ਸਕਦੇ ਹੋ oh I got drenched, my clothes got drenched, my shirt got drenched। drenched means completely wet। And number 2 is soaked, SOAKED, soaked। soaked means completely wet। ਆਪਾਂ ਇਹਨੂੰ ਆਮ ਕਹਿ ਦਿੰਦੇ ਹਾਂ ਤੁਹਾਡੇ ਕੱਪੜੇ ਤਾਂ ਪੂਰੀ ਤਰ੍ਹਾਂ ਭਿੱਜੇ ਹੋਏ ਹਨ, oh your clothes are soaked, your clothes are soaked। ਇਹ ਜ਼ਰੂਰੀ ਨਹੀਂ ਕਿ ਇਹ ਮੀਂਹ ਦੇ ਵੇਲੇ ਹੀ ਲੱਗਦਾ ਹੈ, ਬਾਰਿਸ਼ ਵੇਲੇ ਲੱਗਦਾ ਹੈ। ਆਪਾਂ ਇਹਨੂੰ ਵੈਸੇ ਵੀ ਯੂਜ਼ ਕਰ ਦਿੰਦੇ ਹਾਂ, ਉਹ ਤਾਂ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਹੈ, oh he is soaked with sweat।
sweat ਦੇ spelling ਹੁੰਦੇ ਹਨ SWEAT, sweat means ਪਸੀਨਾ। oh he is soaked with sweat, ਤੁਹਾਡੀ ਸ਼ਰਟ ਬਿਲਕੁਲ ਪਸੀਨੇ ਨਾਲ ਭਿੱਜੀ ਹੋਈ ਹੈ, your shirt is soaked with sweat। ਸੋ ਆਪਣਾ ਸ਼ਬਦ ਸੀ completely wet ਦੇ ਲਈ ਤੁਸੀਂ drenched ਜਾਂ ਫਿਰ soaked ਸ਼ਬਦ ਯੂਜ਼ ਕਰ ਸਕਦੇ ਹੋ। I got completely wet means I got drenched ਜਾਂ I got soaked। present ਦੇ ਵਿੱਚ easy am ਨਾਲ ਬਣਾ ਸਕਦੇ ਹੋ, your clothes are soaked, your shirt was soaked। ਚੱਲਦੇ ਹਾਂ ਸਟੂਡੈਂਟਸ ਅੱਗੇ। ਜੇ ਆਪਾਂ ਕਹਿਣਾ ਹੋਵੇ ਇਹ ਸੜਕ ਤਾਂ ਪਾਣੀ ਨਾਲ ਭਰੀ ਹੋਈ ਹੈ, ਮੀਂਹ ਪਿਆ ਤੇ ਸੜਕ ਪਾਣੀ ਨਾਲ ਭਰ ਗਈ, ਇਹ ਗਲੀ ਤਾਂ ਪਾਣੀ ਨਾਲ ਭਰੀ ਪਈ ਹੈ, ਇਹਦੇ ਵਿੱਚੋਂ ਦੀ ਨਿਕਲ ਕੇ ਜਾਣਾ ਤਾਂ ਬਹੁਤ ਔਖਾ ਹੈ। ਪਾਣੀ ਨਾਲ ਭਰੀ ਹੋਈ ਸੜਕ, ਪਾਣੀ ਨਾਲ ਭਰੀ ਹੋਈ ਗਲੀ, ਇਹਨੂੰ ਆਪਾਂ ਕੀ ਕਵਾਂਗੇ? ਦੇਖੋ ਇੱਕ ਤਾਂ ਆਪਾਂ ਕਵਾਂਗੇ ਸਟਰੀਟ ਫੁੱਲ ਆਫ ਵਾਟਰ, ਇਹਦਾ ਕੁਝ ਫੁੱਲ ਆਫ ਨਾਲ ਤਾਂ ਆਪਾਂ ਬਣਾ ਹੀ ਲਵਾਂਗੇ, ਪਰ ਇੰਗਲਿਸ਼ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੁੰਦਾ ਸਟੂਡੈਂਟਸ, ਉਹਨੂੰ ਨੋਟ ਕਰ ਲਓ ਤੇ ਉਹ ਹੈ waterlogged। ਜੋ ਚੀਜ਼ waterlogged ਹੈ ਇਟ ਮੀਨਸ ਉਹ ਪਾਣੀ ਨਾਲ ਭਰੀ ਪਈ ਹੈ, ਇਟਸ waterlogged। ਮੰਨ ਲਓ ਆਪਾਂ ਕਹਿਣਾ ਹੋਵੇ ਪਾਣੀ ਨਾਲ ਭਰੀਆਂ ਹੋਈਆਂ ਗਲੀਆਂ, ਤਾਂ ਉਹਦੀ ਇੰਗਲਿਸ਼ ਕੀ ਆ ਗਈ ਸਟੂਡੈਂਟਸ? waterlogged streets। ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਤਾਂ ਆਪਾਂ ਇਹਨੂੰ ਏਦਾਂ ਵੀ ਕਹਿ ਸਕਦੇ ਹਾਂ the roads are waterlogged। ਸੋ ਜੋ ਚੀਜ਼ ਪਾਣੀ ਨਾਲ ਭਰੀ ਹੋਈ ਹੈ, ਆਮ ਤੌਰ ਤੇ ਮੀਂਹ ਦੇ ਪਾਣੀ ਨਾਲ, ਤੁਹਾਨੂੰ ਆਪਾਂ ਆਮ ਤੌਰ ਤੇ ਕੀ ਕਹਿੰਦੇ ਨੇ ਸਟੂਡੈਂਟਸ? waterlogged। the roads are waterlogged। ਇੱਕ ਇੱਥੇ ਹੋਰ ਸ਼ਬਦ ਸਿੱਖ ਲਓ, ਤੁਹਾਨੂੰ ਕੰਮ ਆਏਗਾ। ਜਿੱਥੇ ਆਪਾਂ ਨੇ ਕਿਹਾ ਹੈ waterlogged, ਤੁਸੀਂ ਇੱਥੇ ਇੱਕ ਸ਼ਬਦ ਸਿੱਖ ਲਓ ਬੱਚੋ, ਹੈ inundated। ਇਹ ਮੈਂ ਤੁਹਾਡੇ ਯਾਦ ਕਰਵਾ ਦਿੰਦਾ ਹਾਂ, inundated, INNUNDATED। inundated। ਜੋ ਸੜਕ ਜਗ੍ਹਾ inundated ਹੈ ਉਹ ਜਲਥਲ ਹੋਈ ਪਈ ਹੈ, ਪਾਣੀ ਨਾਲ ਭਰੀ ਹੋਈ ਹੈ। ਆਪਾਂ ਕਹਿਣਾ ਵੇ all the city roads are inundated। ਮੇਰੇ ਮਗਰ ਬੋਲੋ, all the city roads are inundated। inundated means full of water, waterlogged। waterlogged ਨੂੰ ਕੀ ਕਿਹਾ ਆਪਾਂ ਨੇ? inundated। ਇੱਥੇ ਮੈਂ ਚੀਜ਼ ਹੋਰ ਦੱਸ ਦੇਵਾਂ ਸਟੂਡੈਂਟਸ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਜੋ ਸ਼ਹਿਰ ਦੀਆਂ ਸੜਕਾਂ, ਜੋ ਚੀਜ਼ inundated ਹੈ ਇਟ ਮੀਨਸ ਪਾਣੀ ਨਾਲ ਭਰੀ ਹੋਈ ਹੈ। ਤਾਂ ਇੱਥੇ ਇੱਕ ਸ਼ਬਦ ਨੋਟ ਕਰ ਲਓ, wade through। ਕਿਹੜਾ ਐਕਸਪ੍ਰੈਸ਼ਨ ਹੈ ਸਟੂਡੈਂਟਸ? wade through। ਕਿਸੇ ਦੇ ਵਿੱਚੋਂ ਦੀ ਨਿਕਲ ਕੇ ਜਾਣ ਦੀ ਇੰਗਲਿਸ਼ ਪਾਸ ਥਰੂ ਤਾਂ ਆਉਂਦੀ ਹੈ ਤੁਹਾਨੂੰ, ਪਰ ਪਾਣੀ ਦੇ ਵਿੱਚੋਂ ਨਿਕਲ ਕੇ ਜਾਣਾ, ਚਿੱਕੜ ਦੇ ਵਿੱਚੋਂ ਦੀ ਨਿਕਲ ਕੇ ਜਾਣਾ, ਭੀੜ ਦੇ ਵਿੱਚੋਂ ਦੀ ਨਿਕਲ ਕੇ ਜਾਣਾ, ਉਹਦੇ ਲਈ wade through ਬਹੁਤ ਚੱਲਦਾ ਐਕਸਪ੍ਰੈਸ਼ਨ। ਮੰਨ ਲਓ ਆਪਾਂ ਕਹਿਣਾ ਹੋਵੇ ਯਾਰ ਇਹ ਗਲੀ ਤਾਂ ਪਾਣੀ ਨਾਲ ਭਰੀ ਹੋਈ ਹੈ, ਤਾਂ ਨਿਕਲ ਕੇ ਜਾਣਾ ਬਹੁਤ ਔਖਾ ਹੈ। oh this street is waterlogged, it's very difficult। ਸੁਣੀ ਜਾਣੇ, it's very difficult to ਕੀ ਕਰਨਾ? wade through this ਜਾਂ wade through it, this street, this ਕੁਝ ਵੀ ਕਹਿ ਲਓ, it's very difficult to wade through it। ਇਹਦੇ ਵਿੱਚੋਂ ਦੀ ਨਿਕਲ ਕੇ ਜਾਣਾ ਬਹੁਤ ਜ਼ਿਆਦਾ ਔਖਾ ਹੈ। ਸੋ ਭਰੀ ਹੋਈ, ਪਾਣੀ ਨਾਲ ਭਰੀ ਹੋਈ ਸੜਕ ਦੇ ਵਿੱਚੋਂ ਦੀ ਨਿਕਲ ਕੇ ਜਾਣਾ ਹੋਵੇ, ਗਲੀ ਚੋਂ ਨਿਕਲ ਕੇ ਜਾਣਾ ਹੋਵੇ, ਆਪਾਂ ਪਾਸ ਵਰਡ ਦੀ ਬਜਾਏ ਆਪਾਂ ਕਿਹੜਾ ਐਕਸਪ੍ਰੈਸ਼ਨ ਯੂਜ਼ ਕਰ ਸਕਦੇ ਹਾਂ ਇੱਥੇ? wade through। ਨੈਕਸਟ ਦੇਖੋ ਇੱਕ ਹੋਰ ਨੋਟ ਕਰੋ, knee deep। ਇਹ ਐਕਸਪ੍ਰੈਸ਼ਨ ਵੀ ਕਾਫੀ ਚੱਲਦਾ ਸਟੂਡੈਂਟਸ, knee deep। ਜੇ ਕੋਈ ਕਵੇ ਤੁਹਾਨੂੰ oh the water is knee deep, ਆਓ ਆਪਾਂ ਲਿਖ ਲੈਨੇ the water here is, ਜਾਂ the water is knee deep। ਪਾਣੀ ਹੈ ਉਹ knee deep ਹੈ, it means ਪਾਣੀ ਇੱਥੇ ਗੋਡਿਆਂ ਤੱਕ ਹੈ, up to the knees। knee means ਗੋਡਾ ਹੁੰਦਾ ਹੈ, ਤਾਂ ਪੰਜਾਬੀ ਚ ਆਪਾਂ ਕਹਿੰਦੇ ਨੇ ਗੋਡੇ ਗੋਡੇ ਪਾਣੀ ਇੱਥੇ, ਤਾਂ ਥੋੜਾ ਧਿਆਨ ਨਾਲ ਆਈ। oh the water is knee deep। ਤਾਂ ਕਲੀਅਰ ਹੋ ਗਈ ਸਟੂਡੈਂਟਸ, wade through, inundated, knee deep। ਮੈਂ ਇੱਕ ਵਾਰੀ ਫੇਰ ਦੱਸ ਦੇਵਾਂ, ਆਪਾਂ ਕਹਿਣਾ ਵੇ ਸੜਕ ਪਾਣੀ ਨਾਲ ਭਰੀ ਹੋਈ ਹੈ, ਕੀ ਕਵਾਂਗੇ? ਬੋਲ ਕੇ ਦਿਖਾਓ, the road is waterlogged ਜਾਂ ਫਿਰ the road is inundated। the road is inundated। ਇਹਦੇ ਵਿੱਚੋਂ ਦੀ ਨਿਕਲ ਕੇ ਜਾਣਾ ਬਹੁਤ ਔਖਾ ਹੈ, it's difficult to wade through it। ਇੱਥੇ ਪਾਣੀ ਗੋਡੇ ਗੋਡੇ ਹੈ, water is ਜਾਂ water level is knee
डी। ਹੁਣ ਆਪਾਂ ਇੰਗਲਿਸ਼ ਸਿੱਖਣ ਜਾ ਰਹੇ ਹਾਂ ਸਟੂਡੈਂਟਸ ਹੜ੍ਹਾਂ ਦੀ ਇੰਗਲਿਸ਼। ਹੜ੍ਹ ਦੀ ਇੰਗਲਿਸ਼, ਭਾਰੀ ਮੀਂਹ ਦੇ ਕਾਰਨ ਹੜ੍ਹ ਆ ਗਏ ਨੇ ਆਸੇ ਪਾਸੇ, ਪਿੰਡਾਂ ਦੇ ਵਿੱਚ ਹੜ੍ਹ ਆ ਗਏ ਨੇ। ਹੜ੍ਹ ਦੀ ਇੰਗਲਿਸ਼ ਸਟੂਡੈਂਟਸ ਨੂੰ ਆਉਂਦੀ ਹੁੰਦੀ ਹੈ ਤੇ ਉਹ ਹੈ ਫਲੱਡ। ਲੇਕਿਨ ਯਾਦ ਰੱਖੋ ਸਟੂਡੈਂਟਸ, ਫਲੱਡ ਦੇ ਦੋ ਸਿਨੋਨਿਮਸ ਹਨ, ਇਹਦੇ ਸਮਾਨਾਰਥੀ ਸ਼ਬਦ ਹਨ। ਫਲੱਡ ਦੀ ਬਜਾਏ ਤੁਸੀਂ ਇੱਥੇ ਇੱਕ ਸ਼ਬਦ ਨੋਟ ਕਰ ਲਓ, ਉਹ ਹੈ ਡਿਲਿਊਜ, DELUGE, ਡਿਲਿਊਜ। ਆਪਾਂ ਆਮ ਕਹਿ ਦਿੰਦੇ ਹਾਂ, oh there is a deluge in more than 100 villages, there is deluge in more than 100 villages, it means 100 ਤੋਂ ਵੱਧ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ। ਡਿਲਿਊਜ ਤੋਂ ਬਾਅਦ ਨੈਕਸਟ ਵਰਡ ਹੈ ਸਪੇਟ। ਸਪੇਟ ਦਾ ਮਤਲਬ ਵੀ ਹੁੰਦਾ ਸਟੂਡੈਂਟਸ ਹੜ੍ਹ ਹੁੰਦਾ ਹੈ। ਤਾਂ ਕਈ ਵਾਰ ਅਖਬਾਰਾਂ 'ਚ ਵੀ ਲਿਖਿਆ ਹੁੰਦਾ ਹੈ ਸਪੇਟ ਇਨ 10 cities, 10 ਸ਼ਹਿਰਾਂ ਦੇ ਵਿੱਚ ਹੜ੍ਹ। ਅੱਛਾ, ਇਹ ਜਿਹੜੇ ਸ਼ਬਦ ਹਨ, ਇੱਕ ਤਾਂ ਆਪਾਂ ਹੜ੍ਹ ਸਮਝਦੇ ਹਾਂ ਜਿਵੇਂ ਕਿ ਪਾਣੀ ਨਾਲ ਜਿਹੜਾ ਹੜ੍ਹ ਆਉਂਦਾ ਹੈ, ਲੇਕਿਨ ਤੁਸੀਂ ਨੋਟ ਕਰੋਗੇ ਇਹਨਾਂ ਦੋਨਾਂ ਸ਼ਬਦਾਂ ਨੂੰ, ਇਹਨਾਂ ਦੋਨਾਂ ਤਿੰਨਾਂ ਸ਼ਬਦਾਂ ਨੂੰ ਆਪਾਂ ਬਿਨਾਂ ਪਾਣੀ ਤੋਂ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਆਪਾਂ ਕਹਿਣਾ ਹੋਵੇ ਕੰਪਨੀ ਦੇ ਵਿੱਚ ਐਪਲੀਕੇਸ਼ਨਸ ਦਾ ਹੜ੍ਹ ਆਇਆ ਪਿਆ ਹੈ, ਮਤਲਬ ਬਹੁਤ ਜ਼ਿਆਦਾ ਐਪਲੀਕੇਸ਼ਨਸ ਆਈਆਂ ਹਨ। Oh, there is a deluge of applications in the company. Oh, complaints ਦਾ ਹੜ੍ਹ ਆ ਗਿਆ, there is a deluge of complaints. Oh, ਸ਼ਹਿਰ ਦੇ ਵਿੱਚ ਚੋਰੀਆਂ ਦਾ ਹੜ੍ਹ ਆਇਆ ਪਿਆ, ਚੋਰੀਆਂ ਹੀ ਚੋਰੀਆਂ ਹੋ ਰਹੀਆਂ ਨੇ, there is a spate of thefts in the city. ਤਾਂ ਚਲੋ ਜੀ ਹੁਣ ਦੋਨੋਂ ਵਰਡਸ ਬੋਲ ਕੇ ਦਿਖਾਓ। ਫਲੱਡ ਦੀ ਬਜਾਏ ਕਿਹੜੇ ਕਿਹੜੇ ਆ ਗਏ? ਡਿਲਿਊਜ ਅਤੇ ਸਪੇਟ। ਬਹੁਤ ਵਾਰੀ ਸਟੂਡੈਂਟਸ ਇੱਥੇ ਅਟਕ ਜਾਂਦੇ ਹਨ। ਜੇ ਆਪਾਂ ਕਹਿਣਾ ਹੋਵੇ ਇਸ ਹੜ੍ਹ ਨੇ ਜਾਂ ਇਸ ਭਾਰੀ ਮੀਂਹ ਨੇ ਨਹਿਰ ਦੇ ਵਿੱਚ ਪਾੜ ਪਾ ਦਿੱਤਾ। ਪਾੜ ਆਪਾਂ ਸਮਝਦੇ ਹਾਂ ਦਰਾਰ ਪਾ ਦੇਣਾ, ਪਾਣੀ ਉਧਰ ਕਈ ਵਾਰੀ ਖੇਤਾਂ ਨੂੰ ਚਲਾ ਜਾਂਦਾ, ਜਿਹੜਾ ਦਰਾਰ ਪੈ ਜਾਂਦੀ ਹੈ, ਪਾੜ ਪਾ ਦੇਣੇ, ਉਹਦੀ ਇੰਗਲਿਸ਼ ਕਈ ਵਾਰੀ ਸਟੂਡੈਂਟਸ ਤੋਂ ਬਣਦੀ ਨਹੀਂ। ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਸਟੂਡੈਂਟਸ ਆਪਾਂ ਬ੍ਰੀਚ ਕਹਿੰਦੇ ਆ, ਲਿਖ ਲਓ ਬ੍ਰੀਚ। ਬ੍ਰੀਚ ਇੱਕ ਨਾਊਨ ਵੀ ਹੈ ਤੇ ਇੱਕ ਵਰਬ ਵੀ ਹੈ। ਬ੍ਰੀਚ ਮੀਨਸ ਪਾੜ ਪਾਉਣਾ ਵੀ ਹੁੰਦਾ ਹੈ, ਤੇ ਜਿਹੜਾ ਉਹ ਪਾੜ ਪੈ ਜਾਂਦਾ ਹੈ ਉਸ ਪਾੜ ਨੂੰ ਵੀ ਆਪਾਂ ਬ੍ਰੀਚ ਕਹਿ ਦਿੰਦੇ ਆ। ਤਾਂ ਆਓ ਆਪਾਂ ਸੈਂਟੈਂਸ ਬਣਾਈਏ। ਮੰਨ ਲਓ ਆਪਾਂ ਕਹਿਣਾ ਹੋਵੇ ਹੈਵੀ ਰੇਨ breached the river। ਚਲੋ ਰਿਵਰ ਲਿਖ ਲਿਆ ਤੇ ਹੈਵੀ ਰੇਨ ਨੇ ਰਿਵਰ ਦੇ ਵਿੱਚ ਪਾੜ ਪਾ ਦਿੱਤਾ, ਆਪਾਂ ਸਮਝਦੇ ਹਾਂ। ਇਹ ਐਜ਼ ਅ ਵਰਬ ਯੂਜ਼ ਕੀਤਾ। ਤੇ ਜੇ ਆਪਾਂ ਕਹਿਣਾ ਹੋਵੇ ਇਸ ਪਾੜ ਨੂੰ ਭਰਨ ਦੀ, ਰੋਕਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਆਸੇ ਪਾਸੇ ਦੇ ਕਿਸਾਨ, ਸਰਕਾਰਾਂ ਵੀ, ਤਾਂ ਉਹ ਜਿਹੜਾ ਪਾੜ ਹੈ ਉਹਨੂੰ ਇੰਗਲਿਸ਼ ਦੇ ਵਿੱਚ ਵੀ ਆਪਾਂ ਬ੍ਰੀਚ ਕਹਿੰਦੇ ਹਾਂ। ਆਪਾਂ ਕਹਿਣਾ ਵੇ ਉਹ ਕੋਸ਼ਿਸ਼ ਕਰ ਰਹੇ ਹਨ ਇਸ ਬ੍ਰੀਚ ਨੂੰ। ਅੱਛਾ, ਹੁਣ ਜਿਹੜਾ ਨੂੰ ਭਰਨਾ ਹੁੰਦਾ ਨਾ ਬ੍ਰੀਚ ਨੂੰ, ਉਹਦੇ ਲਈ ਅਸੀਂ ਪਲੱਗ ਵਰਡ ਯੂਜ਼ ਕਰਦੇ ਹਾਂ ਅਕਸਰ, ਪਲੱਗ ਦਾ ਬ੍ਰੀਚ। ਆਪਾਂ ਕਹਿਣਾ ਹੋਵੇ ਸਰਕਾਰ, ਕਿਸਾਨ ਆਸੇ ਪਾਸੇ ਖੇਤਾਂ ਦੇ ਵਿੱਚ ਬਹੁਤ ਕੋਸ਼ਿਸ਼ ਕਰ ਰਹੇ ਹਨ ਇਸ ਬ੍ਰੀਚ ਨੂੰ ਪਲੱਗ ਕਰਨ ਦੀ, ਬੋਰੀਆਂ ਨਾਲ ਕਵਰ ਕਰਨ ਦੀ, ਕੁਛ ਨਾ ਕੁਛ। ਚਲੋ they are trying to plug this breach। ਇਹਨੂੰ ਯਾਦ ਰੱਖਿਓ, they are trying to plug this breach, they are trying to plug this breach। ਤਾਂ ਸਟੂਡੈਂਟਸ ਹੁਣ ਆਪਾਂ ਕੁਝ ਐਕਸਪ੍ਰੈਸ਼ਨਸ, ਈਡੀਅਮਸ ਕਰਦੇ ਹਾਂ ਜੋ ਕਿ ਰੇਨ ਅਤੇ ਵੈਦਰ ਦੇ ਨਾਲ ਰਿਲੇਟਡ ਹਨ। ਵੈਰੀ ਇੰਪੋਰਟੈਂਟ, ਧਿਆਨ ਦੇਣਾ। ਸਾਡਾ ਫਰਸਟ ਐਕਸਪ੍ਰੈਸ਼ਨ ਹੈ ਅੰਡਰ ਦਾ ਵੈਦਰ। ਅੰਡਰ ਦਾ ਵੈਦਰ ਦਾ ਮੀਨਿੰਗ ਕੀ ਹੈ? ਜੇ ਆਪਾਂ ਕਹਿਣਾ ਹੋਵੇ ਹੀ ਇਜ਼ ਅੰਡਰ ਦਾ ਵੈਦਰ, oh I'm feeling under the weather, ਤੁਸੀਂ ਫੀਲਿੰਗ ਨਾਲ ਜੋੜ ਸਕਦੇ ਹੋ ਜਾਂ ਸਿੱਧਾ ਕਹਿ ਸਕਦੇ ਹੋ I am under the weather, he is under the weather, oh he was under the weather। ਤਾਂ ਨੋਟ ਕਰ ਲਓ ਸਟੂਡੈਂਟਸ, ਅੰਡਰ ਦਾ ਵੈਦਰ ਦਾ ਮਤਲਬ ਹੁੰਦਾ ਹੈ ਫੀਲਿੰਗ ਅਨਵੈਲ, ਫੀਲਿੰਗ ਅਨਵੈਲ। ਤੁਸੀਂ ਇਹਨੂੰ ਪੰਜਾਬੀ ਦੇ ਵਿੱਚ ਏਦਾਂ ਸਮਝ ਲਓ ਜਿਵੇਂ ਆਪਾਂ ਆਮ ਕਹਿ ਦਿੰਦੇ ਆ, ਉਹ ਯਾਰ ਮੌਸਮ ਕਰਕੇ ਉਹ ਥੋੜਾ ਜਿਹਾ ਢਿੱਲਾ ਹੋ ਗਿਆ, ਹਲਕਾ ਫੁਲਕਾ ਬੁਖਾਰ ਹੋ ਜਾਂਦਾ ਹੈ, ਜ਼ੁਕਾਮ ਹੋ ਜਾਂਦਾ, ਸਾਡੀ ਤਬੀਅਤ ਵਿਗੜ ਜਾਂਦੀ ਹੈ। ਤਾਂ ਆਪਾਂ ਆਮ ਨਹੀਂ ਕਹਿ ਦਿੰਦੇ ਉਹ ਕੋਈ ਗੱਲ ਨਹੀਂ, ਘਬਰਾ ਨਾ, ਜਸਟ ਮੌਸਮ ਕਰਕੇ ਇਹ ਥੋੜਾ ਬਹੁਤ ਢਿੱਲਾ ਮੱਠਾ ਹੋ ਗਿਆ ਇਹ। ਤਾਂ ਉਦੋਂ ਆਪਾਂ ਕਹਿ ਦਿੰਦੇ ਆ oh he is just under the weather, ਕੋਈ ਪ੍ਰੋਬਲਮ ਨਹੀਂ, ਜ਼ਿਆਦਾ ਸੀਰੀਅਸ ਪ੍ਰੋਬਲਮ ਨਹੀਂ। ਤਾਂ ਇੱਥੇ ਇੱਕ ਸੈਂਟੈਂਸ ਲਿਖ ਲਓ he is under the weather। ਸੋ ਇਹਨੂੰ ਨੋਟ ਕਰ ਲਓ, ਜੋ ਇਨਸਾਨ ਅੰਡਰ ਦਾ ਵੈਦਰ ਹੈ ਇਟ ਮੀਨਸ ਉਹ ਵਧੀਆ ਮਹਿਸੂਸ ਨਹੀਂ ਕਰ ਰਿਹਾ, ਉਹਨੂੰ ਲੱਗ ਰਿਹਾ ਕਿ ਥੋੜਾ ਬਹੁਤ ਮੈਨੂੰ ਬੁਖਾਰ ਹੋ ਸਕਦਾ ਹੈ, ਮੈਂ ਬਿਮਾਰ ਹੋ ਸਕਦਾ ਹਾਂ, ਕੋਈ ਜ਼ੁਕਾਮ, ਕੁਝ ਵੀ ਹੋ ਸਕਦਾ ਹੈ। ਮੰਨ ਲਓ ਆਪਾਂ ਕਹਿਣਾ ਵੇ ਇਹ ਮੁੰਡਾ ਨਾ ਜਦੋਂ ਵੀ ਸ਼ਿਮਲੇ ਜਾਂਦਾ ਹੈ ਤਾਂ ਹੀ ਇਜ਼ ਆਲਵੇਜ਼ ਅੰਡਰ ਦਾ ਵੈਦਰ। ਉੱਥੇ ਜਾ ਕੇ ਇਹਨੂੰ ਕੋਈ ਨਾ ਕੋਈ ਮੌਸਮ ਕਰਕੇ ਲਾ ਲਓ, ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਸਿਹਤ ਦੀ।
ਤਾਂ ਉਦੋਂ ਆਪਾਂ ਕੀ ਕਵਾਂਗੇ, whenever he goes to Shimla he is always under the weather, he is always under the weather. Next is a fair weather friend, ਜਿਸ ਦਾ ਮਤਲਬ ਹੈ ਸਵਾਰਥੀ ਮਿੱਤਰ। ਸੈਲਫਿਸ਼ ਫਰੈਂਡ, ਤੁਸੀਂ ਇਹਨੂੰ ਸੈਲਫਿਸ਼ ਫਰੈਂਡ ਦੀ ਬਜਾਏ ਯੂਜ਼ ਕਰ ਸਕਦੇ ਹੋ। ਫੇਅਰ ਵੈਦਰ ਫਰੈਂਡ ਮੀਨਸ ਮਤਲਬ ਇਹ ਹੋ ਗਿਆ ਉਹ ਫਰੈਂਡ ਜਦੋਂ ਤੱਕ ਤੁਹਾਡੀ ਕੰਡੀਸ਼ਨ ਅੱਛੀ ਹੈ ਤਾਂ ਉਹ ਤੁਹਾਡੇ ਨਾਲ ਹੈ, ਜਦੋਂ ਤੁਹਾਡੇ ਤੇ ਕੋਈ ਬੁਰਾ ਵਕਤ ਆ ਗਿਆ ਤਾਂ ਉਹਨੇ ਸਾਥ ਛੱਡ ਦਿੱਤਾ। ਇਸ ਤਰ੍ਹਾਂ ਦੇ ਆਪਾਂ ਫਰੈਂਡ ਨੂੰ ਕੀ ਕਹਿੰਦੇ ਹਾਂ, ਫੇਅਰ ਵੈਦਰ ਫਰੈਂਡ। ਮੌਸਮ ਅੱਛਾ ਤਾਂ ਫਰੈਂਡ ਹੈ, ਮੌਸਮ ਖਰਾਬ ਤਾਂ ਚਲੋ ਜੀ ਗਿਆ। ਤਾਂ ਸੈਲਫਿਸ਼ ਫਰੈਂਡ ਆਪਾਂ ਕਹਿਣਾ ਹੋਵੇ, ਓਹ ਮੈਂ ਤਾਂ ਉਹਨੂੰ ਐ ਸਮਝਦਾ ਸੀ ਉਹ ਸੱਚਾ ਮਿੱਤਰ ਹੈ, ਟਰੂ ਫਰੈਂਡ ਨਹੀਂ ਨਿਕਲਿਆ ਉਹ। He proved to be a fair weather friend. He turned out to be a fair weather friend. Selfish friend. Next expression is save for a rainy day. ठीक है जी, rainy day ਦਾ ਮਤਲਬ rainy day ਜਿਸ ਦਿਨ ਮੀਂਹ ਪੈਂਦਾ ਹੈ, ਮੀਂਹ ਵਾਲਾ ਦਿਨ। ਬਟ ਇੱਥੇ ਇਹਦਾ ਮਤਲਬ ਮੀਂਹ ਵਾਲਾ ਦਿਨ ਨਹੀਂ ਹੈ, ਇੱਥੇ ਦਾ ਮਤਲਬ ਹੈ ਬੁਰਾ ਵਕਤ, ਬੁਰਾ ਸਮਾਂ, ਔਖਾ ਸਮਾਂ। ਮੰਨ ਲਓ ਆਪਾਂ ਕਿਸੇ ਨੂੰ ਕਹਿਣਾ ਹੋਵੇ ਯਾਰ ਥੋੜੇ ਬਹੁਤ ਪੈਸੇ ਨਾ ਸੇਵ ਕਰਕੇ ਰੱਖਿਆ ਕਰ ਔਖੇ ਵਕਤ ਲਈ। ਠੀਕ ਹੈ, ਆਪਾਂ ਕਹਿ ਦੇਵਾਂਗੇ ਯੂ ਸ਼ੁਡ ਸੇਵ ਸਮ ਮਨੀ ਫॉर trouble times, for difficult times। ਪਰ trouble times, tough times, difficult times ਦੀ ਬਜਾਏ ਤੁਸੀਂ ਇਹ ਐਕਸਪ੍ਰੈਸ਼ਨ ਯੂਜ਼ ਕਰ ਸਕਦੇ ਹੋ। ਸੇਵ ਦੇ ਨਾਲ ਇਹਦਾ ਕਾਫੀ ਅੱਛਾ ਕੰਬੀਨੇਸ਼ਨ ਹੈ, ਸੇਵ ਫॉर ਅ ਰੇਨੀ ਡੇ। ਆਓ ਇੱਕ ਸੈਂਟੈਂਸ ਬਣਾਈਏ। ਮੰਨ ਲਓ ਆਪਾਂ ਕਹਿਣਾ ਹੋਵੇ you should save some money, ਤੁਹਾਨੂੰ ਕੁਝ ਪੈਸੇ ਸੇਵ ਕਰਨੇ ਚਾਹੀਦੇ ਹਨ। you should save some money, ਨੋਟ ਕਰ ਲਓ ਸਟੂਡੈਂਟਸ, you should save some money for a rainy day। ਤਾਂ ਇਹਦਾ ਮਤਲਬ ਇਹ ਨਹੀਂ ਵੀ ਸਿਰਫ ਇੱਕ ਦਿਨ ਦੇ ਲਈ, ਨੋ, ਇਹ ਤਾਂ ਇੱਥੇ ਇੱਕ ਐਕਸਪ੍ਰੈਸ਼ਨ ਹੈ। rainy day means not for just a single day। ਹਾਲਾਂਕਿ ਇੱਥੇ a day ਲਿਖਿਆ ਬਟ ਇਹਦਾ ਮਤਲਬ ਹੈ ਮੁਸੀਬਤ ਦੇ ਸਮੇਂ, ਉਹ ਸਮਾਂ ਕਿੰਨਾ ਵੀ ਲੰਬਾ ਹੋ ਸਕਦਾ ਹੈ। ਤਾਂ you should save some money for a rainy day। Next is on cloud nine। ਇਹਦਾ ਮਤਲਬ ਹੁੰਦਾ ਹੈ ਬਹੁਤ ਖੁਸ਼। ਲਿਖ ਲਓ ਸਟੂਡੈਂਟਸ, very happy। ਜਦੋਂ ਤੁਸੀਂ ਬਾਗੋ ਬਾਗ ਹੋਵੋ, ਬਹੁਤ ਖੁਸ਼ ਹੋਵੋ ਤਾਂ ਤੁਸੀਂ very happy ਦੀ ਬਜਾਏ ਕੀ ਯੂਜ਼ ਕਰ ਸਕਦੇ ਹੋ, on cloud nine। ਆਓ ਇੱਕ ਸੈਂਟੈਂਸ ਬਣਾਈਏ। ਮੰਨ ਲਓ ਆਪਾਂ ਕਹਿਣਾ ਹੋਵੇ I was on cloud nine, I was on cloud nine when I got a new job। ਜਦੋਂ ਮੈਨੂੰ ਇੱਕ ਨਵੀਂ ਨੌਕਰੀ ਮਿਲੀ ਤਾਂ ਮੈਂ ਬਹੁਤ ਖੁਸ਼ ਸੀ। I was on cloud nine। Next one is come rain or shine। ਇਹਦਾ ਮਤਲਬ ਹੈ ਚਾਹੇ ਕੁਝ ਵੀ ਹੋ ਜਾਵੇ, ਜੋ ਮਰਜ਼ੀ ਹੋ ਜਾਵੇ। ਆਪਾਂ ਕਹਿਣਾ ਹੋਵੇ ਚਾਹੇ ਜੋ ਮਰਜ਼ੀ ਹੋ ਜਾਵੇ, ਚਾਹੇ ਕੁਝ ਵੀ ਹੋ ਜਾਵੇ, ਮੈਂ ਉੱਥੇ ਜਾਵਾਂਗਾ। ਤਾਂ ਚਾਹੇ ਕੁਝ ਵੀ ਹੋ ਜਾਵੇ ਦੀ ਇੰਗਲਿਸ਼ ਅਸੀਂ ਸਟੂਡੈਂਟਸ ਇਹ ਕਹਿ ਸਕਦੇ ਹਾਂ come rain or shine I'll go there। ਚਾਹੇ ਕੁਝ ਵੀ ਹੋ ਜਾਵੇ ਮੈਂ ਤੇਰੀ ਮਦਦ ਕਰੂੰਗਾ। come rain or shine I'll help you। rain means ਚਾਹੇ ਮੀਂਹ ਪਵੇ, ਚਾਹੇ ਧੁੱਪ ਨਿਕਲੇ, ਕੁਝ ਵੀ ਹੋ ਜੇ ਮੈਂ ਤੇਰੀ ਮਦਦ ਕਰੂੰਗਾ। ਤਾਂ ਸਟੂਡੈਂਟਸ ਇੱਕ ਸਪੋਕਨ ਦੇ ਵਿੱਚ ਅਸੀਂ ਇਹ ਐਕਸਪ੍ਰੈਸ਼ਨ ਵੀ ਬਹੁਤ ਯੂਜ਼ ਕਰਦੇ ਹਾਂ, come what may। ਇਹਨੂੰ ਵੀ ਨੋਟ ਕਰ ਲਓ। ਤਾਂ ਇਹ ਅਲੱਗ ਤੋਂ ਆਪਾਂ ਇੱਕ ਲੈਕਚਰ ਦੇ ਵਿੱਚ ਸਟਰਕਚਰ ਵੀ ਸਿੱਖੀ ਹੈ। come what may ਦਾ ਮਤਲਬ ਹੁੰਦਾ ਹੈ ਚਾਹੇ ਕੁਝ ਵੀ ਹੋ ਜਾਵੇ। ਇੱਥੇ ਇੱਕ ਚੀਜ਼ ਗੌਰ ਕਰਨੀ ਹੈ, ਜਦੋਂ ਆਪਾਂ ਇਹਨਾਂ ਦੋਨਾਂ ਚ ਕੋਈ ਵੀ ਐਕਸਪ੍ਰੈਸ਼ਨ ਯੂਜ਼ ਕਰਦੇ ਹਾਂ, ਮੰਨ ਲਓ ਆਪਾਂ ਕਹਿਣਾ ਹੋਵੇ ਚਾਹੇ ਕੁਝ ਵੀ ਹੋ ਜਾਵੇ ਮੈਂ ਉੱਥੇ ਜਾਵਾਂਗਾ। come what may ਜਾਂ come rain or shine I, ਹੁਣ I ਦੇ ਨਾਲ ਤਾਂ ਲੱਗਦਾ ਹੈ shall, ਪਰ ਜਦੋਂ ਆਪਾਂ ਪੱਕੇ ਤੌਰ ਤੇ ਚੀਜ਼ ਕਹਿਣੀ ਹੋਵੇ ਤਾਂ ਇਹ ਹੈਲਪਿੰਗ ਵਰਬ ਪਲਟੀ ਆਉਂਦੀ ਹੈ। ਜਿੱਥੇ ਅਸੀਂ shall ਦਾ ਇਸਤੇਮਾਲ ਕਰਦੇ ਹਾਂ, shall ਨਹੀਂ ਕਹਿਣਾ shall, ਉੱਥੇ ਅਸੀਂ will ਕਵਾਂਗੇ। ਤਾਂ I shall ਨਹੀਂ I'll go there। ਚਾਹੇ ਕੁਝ ਵੀ ਹੋ ਜਾਵੇ ਮੈਂ ਫਸਟ ਆਊਂਗਾ। come what may, come rain or shine I'll stand first, I'll stand first। Next one is lull before the storm। ਇਹਦਾ ਮਤਲਬ ਹੈ ਸਟੂਡੈਂਟਸ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ। lull means ਸ਼ਾਂਤੀ, ਖਾਮੋਸ਼ੀ, ਉਹਨੂੰ ਆਪਾਂ ਕਹਿੰਦੇ ਹਾਂ lull before the storm।
ਆਪਾਂ ਅਕਸਰ ਕਹਿ ਦਿੰਦੇ ਹਾਂ ਓਹ ਇਹ ਨਾ ਸਮਝ ਉਹ ਚੁੱਪ ਕਰ ਗਏ। ਇਹ ਜਿਹੜੀ ਸ਼ਾਂਤੀ ਹੈ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ। ਤੂਫਾਨ ਮੀਨਸ ਹੁਣ ਕੋਈ ਨਾ ਕੋਈ ਵੱਡਾ ਕਾਰਾ ਹੋਵੇਗਾ, ਕੋਈ ਨਾ ਕੋਈ ਵੱਡੀ ਘਟਨਾ ਵਾਪਰੂਗੀ। ਓਹ ਇਟਸ ਅ lull before the storm, it's a lull before the storm. Next one is every dark cloud has a silver lining. ਇਹਨੂੰ ਆਪਾਂ ਆਸਾਨ ਭਾਸ਼ਾ ਚ ਪੰਜਾਬੀ ਚ ਕਹਿ ਦਿੰਦੇ ਹਾਂ ਹਰ ਕਾਲੀ ਰਾਤ ਤੋਂ ਬਾਅਦ ਉਜਵਲ ਸਵੇਰ ਹੁੰਦੀ ਹੈ, ਸੂਰਜ ਚੜ੍ਹਦਾ ਹੈ। ਮਤਲਬ ਬੁਰੇ ਵਕਤ ਤੋਂ ਬਾਅਦ ਚੰਗਾ ਵਕਤ ਵੀ ਆਉਂਦਾ ਹੈ। ਆਪਾਂ ਕਿਸੇ ਨੂੰ ਕਹਿਣਾ ਹੋਵੇ ਕੋਈ ਗੱਲ ਨਾ ਯਾਰ ਘਬਰਾ ਨਾ, ਰੋ ਨਾ, ਜੇ ਬੁਰਾ ਵਕਤ ਆਇਆ ਹੈ ਤਾਂ ਚੰਗਾ ਵਕਤ ਵੀ ਲਾਜ਼ਮੀ ਆਏਗਾ, ਕਿਉਂਕਿ every dark cloud has a silver lining. And the last one is it never rains but it pours. ਇਹ ਆਪਾਂ ਉਸ ਵੇਲੇ ਯੂਜ਼ ਕਰਦੇ ਹਾਂ ਜਦੋਂ ਆਪਾਂ ਕਹਿਣਾ ਹੋਵੇ ਜਦੋਂ ਮੁਸੀਬਤ ਆਉਂਦੀ ਹੈ ਤਾਂ ਕੱਲੀ ਨਹੀਂ ਆਉਂਦੀ, ਨਾਲ ਹੋਰ ਕਈ ਮੁਸੀਬਤਾਂ ਵੀ ਆ ਜਾਂਦੀਆਂ ਨੇ। ਮੰਨ ਲਓ ਆਪਾਂ ਕਹਿਣਾ ਹੋਵੇ ਯਾਰ ਪਹਿਲਾਂ ਤਾਂ ਮੇਰਾ ਬਾਜ਼ਾਰ ਦੇ ਵਿੱਚੋਂ ਪਰਸ ਚੋਰੀ ਹੋ ਗਿਆ, ਥੋੜੀ ਦੇਰ ਬਾਅਦ ਸਕੂਟਰ ਨੇ ਫੇਟ ਮਾਰੀ, ਮੈਨੂੰ ਘਰ ਜਾ ਕੇ ਪਤਾ ਲੱਗਿਆ ਤਾਂ ਚੋਰੀ ਹੋ ਗਈ, ਰਾਤ ਨੂੰ ਹਾਰਟ ਅਟੈਕ ਆ ਗਿਆ ਦਾਦਾ ਜੀ ਨੂੰ, ਤਾਂ ਹੋ ਮੁਸੀਬਤਾਂ ਹੀ ਮੁਸੀਬਤਾਂ। ਕੱਲੀ ਨਹੀਂ ਆਉਂਦੀ ਮੁਸੀਬਤ, ਨਾਲ ਹੋਰ ਕਈ ਮੁਸੀਬਤਾਂ ਲੈ ਕੇ ਆਉਂਦੀ, ਇੱਕੋ ਦਮ ਮੁਸੀਬਤਾਂ ਆਉਂਦੀਆਂ ਨੇ ਇੱਕੋ ਦਮ। ਤਾਂ ਉਹ ਆਪਾਂ ਉਸ ਵਕਤ ਕੀ ਕਵਾਂਗੇ ਯਾਰ ਇਟ ਨੈਵਰ ਰੇਨਸ ਬਟ ਇਟ ਪੋਰਸ। ਮੁਸੀਬਤ ਆਉਂਦੀ ਹੈ ਤਾਂ ਹਰ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਆ ਜਾਂਦੀਆਂ ਨੇ। ਇਟ ਨੈਵਰ ਰੇਨਸ ਬਟ ਇਟ pours. Thank you very much.